ਧੰਜਲ ਟਿਊਟੋਰੀਅਲਸ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪਿਆਰੇ ਬੱਚਿਓ, ਅੱਜ ਅਸੀਂ 10ਵੀਂ ਕਲਾਸ ਦਾ ਚੈਪਟਰ ਹਾਊ ਡੂ ਆਰਗੇਨਿਜ਼ਮਸ ਰਿਪਰੋਡਿਊਸ ਜਾਂ ਸਜੀਵ ਪ੍ਰਜਨਨ ਕਿਵੇਂ ਕਰਦੇ ਹਨ, ਇਸ ਚੈਪਟਰ ਬਾਰੇ ਪੜ੍ਹਾਂਗੇ। ਤਾਂ ਸਭ ਤੋਂ ਪਹਿਲਾਂ ਡੈਫੀਨੇਸ਼ਨ। ਪ੍ਰਜਨਨ ਕੀ ਹੈ? ਉਹ ਪ੍ਰਕਿਰਿਆ ਜਿਸ ਦੁਆਰਾ ਇੱਕ ਪੀੜ੍ਹੀ ਦੂਸਰੀ ਪੀੜ੍ਹੀ ਨੂੰ ਜਨਮ ਦਿੰਦੀ ਹੈ, ਉਸ ਪ੍ਰਕਿਰਿਆ ਨੂੰ ਪ੍ਰਜਨਨ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਬੱਚੇ ਪਰਿਭਾਸ਼ਾ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਪ੍ਰਜਨਨ ਕਿਰਿਆ ਰਾਹੀਂ ਸਜੀਵ ਆਪਣੇ ਵਰਗੇ ਹੋਰ ਸਜੀਵ ਪੈਦਾ ਕਰਦੇ ਹਨ। ਜਿਸ ਤਰ੍ਹਾਂ ਕਿ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ, ਇਹਨਾਂ ਕੁੱਤਿਆਂ ਦੇ ਬੱਚੇ ਬਿਲਕੁਲ ਇਹਨਾਂ ਵਰਗੇ ਹੀ ਹਨ। ਇਸੇ ਤਰ੍ਹਾਂ ਹੀ ਇਨਸਾਨ ਦੇ ਬੱਚੇ ਇਨਸਾਨ ਵਰਗੇ ਹੀ ਹੁੰਦੇ ਹਨ ਅਤੇ ਘੋੜੇ ਦੇ ਬੱਚੇ ਘੋੜੇ ਵਰਗੇ ਹੀ ਹੁੰਦੇ ਹਨ। ਤਾਂ ਪ੍ਰਜਨਨ ਕਿਰਿਆ ਰਾਹੀਂ ਸਜੀਵ ਆਪਣੇ ਵਰਗੇ ਹੋਰ ਸਜੀਵ ਪੈਦਾ ਕਰਦੇ ਹਨ। ਤਾਂ ਬੱਚੇ, ਪ੍ਰਜਨਨ ਦੀ ਕੀ ਮਹੱਤਤਾ ਹੈ, ਜਾਂ ਕਹਿ ਲਓ ਕਿ ਪ੍ਰਜਨਨ ਕਿਉਂ ਜ਼ਰੂਰੀ ਹੈ? ਤਾਂ ਬੱਚੇ, ਜਿਸ ਤਰ੍ਹਾਂ ਕਿ ਤਸਵੀਰ ਵਿੱਚ ਦਿਖਾਇਆ ਗਿਆ ਹੈ, ਤੁਸੀਂ ਵੇਖ ਸਕਦੇ ਹੋ, ਇਸ ਤਸਵੀਰ ਵਿੱਚ ਇੱਕ ਸ਼ੇਰ ਹੈ ਅਤੇ ਸ਼ੇਰ ਦੇ ਨਾਲ ਉਸਦੇ ਬੱਚੇ ਦਿਖਾਈ ਦੇ ਰਹੇ ਹਨ। ਤਾਂ ਸ਼ੇਰ ਪ੍ਰਜਨਨ ਕਿਰਿਆ ਰਾਹੀਂ ਆਪਣੇ ਬੱਚੇ ਪੈਦਾ ਕਰਦਾ ਹੈ। ਜੇ ਸ਼ੇਰ ਪ੍ਰਜਨਨ ਕਿਰਿਆ ਨਾ ਕਰਨ ਤਾਂ ਇਹ ਹੋਰ ਸਜੀਵ ਪੈਦਾ ਨਹੀਂ ਕਰ ਸਕਦੇ, ਜਿਸ ਕਾਰਨ ਇਹਨਾਂ ਦੀ ਪ੍ਰਜਾਤੀ ਖਤਮ ਹੋ ਜਾਵੇਗੀ। ਤਾਂ ਆਪਣੀ ਹੋਂਦ ਨੂੰ ਜਾਂ ਆਪਣੀ ਪ੍ਰਜਾਤੀ ਨੂੰ ਬਣਾਈ ਰੱਖਣ ਦੇ ਲਈ ਸਜੀਵ ਪ੍ਰਜਨਨ ਕਿਰਿਆ ਕਰਦੇ ਹਨ। ਇਸ ਲਈ ਪ੍ਰਜਨਨ ਕਿਰਿਆ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਸਜੀਵ ਆਪਣੀ ਜਾਤੀ ਨੂੰ ਕਾਇਮ ਰੱਖਦੇ ਹਨ। ਤਾਂ ਬੱਚਿਓ, ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਜੀਵ ਪ੍ਰਜਨਨ ਕਿਰਿਆ ਰਾਹੀਂ ਬਿਲਕੁਲ ਆਪਣੇ ਵਰਗੇ ਸਜੀਵ ਹੀ ਪੈਦਾ ਕਰਦੇ ਹਨ? ਤਾਂ ਇਸ ਦਾ ਜਵਾਬ ਇਹ ਹੈ ਕਿ ਸਜੀਵ ਪ੍ਰਜਨਨ ਕਿਰਿਆ ਰਾਹੀਂ ਲਗਭਗ ਉਹਨਾਂ ਵਰਗੇ ਹੀ ਸਜੀਵ ਪੈਦਾ ਕਰਦੇ ਹਨ, ਪਰ ਪ੍ਰਜਨਨ ਕਿਰਿਆ ਦੇ ਦੌਰਾਨ ਉਹਨਾਂ ਸਜੀਵਾਂ ਦੇ ਵਿੱਚ, ਉਹਨਾਂ ਦੇ ਗੁਣਾਂ ਦੇ ਵਿੱਚ ਕੁਝ ਨਾ ਕੁਝ ਭਿੰਨਤਾਵਾਂ ਆ ਸਕਦੀਆਂ ਹਨ। ਤਾਂ ਉਹ ਭਿੰਨਤਾਵਾਂ ਨੂੰ ਅਸੀਂ ਕੀ ਕਹਿੰਦੇ ਹਾਂ? ਵੇਰੀਏਸ਼ਨਸ। ਤਾਂ ਬੱਚੇ, ਇਹ ਭਿੰਨਤਾਵਾਂ ਕਿਉਂ ਜ਼ਰੂਰੀ ਹਨ? ਤਾਂ ਜਿਸ ਤਰ੍ਹਾਂ ਕਿ ਪਰਿਭਾਸ਼ਾ ਦੇਖੋ, ਅ ਸਪੀਸੀਜ਼ ਵਿਦ ਮੋਰ ਵੇਰੀਏਸ਼ਨਸ ਵਿਲ ਸਰਵਾਈਵ ਚੇਂਜਿੰਗ ਇਨਵਾਇਰਮੈਂਟਸ ਬੈਟਰ ਦੈਨ ਅ ਸਪੀਸੀਜ਼ ਵਿਦਾਊਟ ਵੇਰੀਏਸ਼ਨਸ। ਤਾਂ ਬੱਚੇ, ਇਹ ਭਿੰਨਤਾਵਾਂ ਕਿਉਂ ਜ਼ਰੂਰੀ ਹਨ? ਕਿਉਂਕਿ ਇਹ ਭਿੰਨਤਾਵਾਂ ਸਜੀਵਾਂ ਨੂੰ ਉਹਨਾਂ ਦੇ ਬਦਲੇ ਹੋਏ ਵਾਤਾਵਰਣ ਦੇ ਵਿੱਚ ਰਹਿਣ ਦੇ ਵਿੱਚ ਸਹਾਇਤਾ ਕਰਦੇ ਹਨ। ਜਿਹੜੇ ਸਜੀਵ ਵਿੱਚ ਜਿੰਨੀਆਂ ਜ਼ਿਆਦਾ ਭਿੰਨਤਾਵਾਂ ਹੋਣਗੀਆਂ, ਉਹ ਓਨਾ ਹੀ ਜ਼ਿਆਦਾ ਆਪਣੇ ਵਾਤਾਵਰਣ ਦੇ ਵਿੱਚ ਰਹਿਣ ਦੇ ਯੋਗ ਹੋਵੇਗਾ। ਆਮ ਤੌਰ ਤੇ ਇਹ ਭਿੰਨਤਾਵਾਂ ਸਜੀਵ ਦੇ ਲਈ ਫਾਇਦੇਮੰਦ ਹੀ ਹੁੰਦੀਆਂ ਹਨ, ਪਰ ਕਦੇ-ਕਦੇ ਇਹ ਭਿੰਨਤਾਵਾਂ ਉਹਨਾਂ ਲਈ ਨੁਕਸਾਨਦਾਇਕ ਵੀ ਹੋ ਸਕਦੀਆਂ ਹਨ। ਤਾਂ ਇਹ ਭਿੰਨਤਾਵਾਂ ਸਜੀਵ ਦੇ ਰੰਗ ਵਿੱਚ ਹੋ ਸਕਦੀਆਂ ਹਨ, ਕਲਰ ਵੇਰੀਏਸ਼ਨਸ, ਜਾਂ ਉਹਨਾਂ ਦੇ ਭੋਜਨ ਗ੍ਰਹਿਣ ਕਰਨ ਦੇ ਤਰੀਕਿਆਂ ਦੇ ਵਿੱਚ ਹੋ ਸਕਦੀਆਂ ਹਨ, ਫੂਡ ਵੇਰੀਏਸ਼ਨਸ, ਜਾਂ ਉਹਨਾਂ ਦੇ ਆਕਾਰ ਦੇ ਵਿੱਚ ਵੀ ਭਿੰਨਤਾਵਾਂ ਹੋ ਸਕਦੀਆਂ ਹਨ। ਹਾਂਜੀ ਬੱਚੇ, ਤਾਂ ਅੱਜ ਦਾ ਜਿਹੜਾ ਇਹ ਚੈਪਟਰ ਹੈ, ਸਜੀਵ ਪ੍ਰਜਨਨ ਕਿਸ ਤਰ੍ਹਾਂ ਕਰਦੇ ਹਨ, ਹੁਣ ਆਪਾਂ ਇਸ ਟੌਪਿਕ ਤੇ ਆਉਂਦੇ ਹਾਂ। ਤਾਂ ਪ੍ਰਜਨਨ ਕਿਰਿਆ ਜੋ ਹੈ, ਇਹ ਬੱਚੇ ਦੋ ਤਰ੍ਹਾਂ ਦੀ ਹੈ, ਏਸੈਕਸ਼ੁਅਲ ਜਾਂ ਅਲਿੰਗੀ ਪ੍ਰਜਨਨ ਤੇ ਸੈਕਸ਼ੁਅਲ ਜਾਂ ਲਿੰਗੀ ਪ੍ਰਜਨਨ ਕਿਰਿਆ। ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਏਸੈਕਸ਼ੁਅਲ ਰਿਪਰੋਡਕਸ਼ਨ ਜਾਂ ਅਲਿੰਗੀ ਪ੍ਰਜਨਨ ਕਿਰਿਆ ਬਾਰੇ
ਪੜਾਂਗੇ। ਤਾਂ ਬੱਚੇ ਅਲਿੰਗੀ ਪ੍ਰਜਨਨ ਕਿਰਿਆ ਜਾਂ ਏਸੈਕਸ਼ੁਅਲ ਰਿਪਰੋਡਕਸ਼ਨ ਇਹ ਅੱਗੋਂ 6 ਪ੍ਰਕਾਰ ਦੀ ਹੁੰਦੀ ਹੈ। ਜਿਸ ਤਰ੍ਹਾਂ ਕਿ ਪਹਿਲਾ ਹੈ ਫਿਸ਼ਨ ਜਾਂ ਖੰਡਨ, ਦੂਸਰਾ ਹੈ ਫਰੈਗਮੈਂਟੇਸ਼ਨ ਜਾਂ ਖੰਡ ਕਰਨਾ, ਤੀਸਰਾ ਹੈ ਬਡਿੰਗ, ਚੌਥਾ ਹੈ ਵੈਜੀਟੇਟਿਵ ਪ੍ਰੋਪੇਗੇਸ਼ਨ ਜਾਂ ਕਾਇਕ ਪ੍ਰਜਨਨ, ਪੰਜਵਾਂ ਹੈ ਰੀਜਨਰੇਸ਼ਨ ਜਾਂ ਪੁਨਰਜਨਨ, ਤੇ ਛੇਵਾਂ ਹੈ ਸਪੋਰ ਫਾਰਮੇਸ਼ਨ ਜਾਂ ਬੀਜਾਣੂ ਬਣਨਾ। ਤਾਂ ਬੱਚੇ ਸਭ ਤੋਂ ਪਹਿਲਾਂ ਆਪਾਂ ਅਲਿੰਗੀ ਪ੍ਰਜਨਨ ਦੀ ਪਹਿਲੀ ਵਿਧੀ ਖੰਡਨ ਵਿਧੀ ਬਾਰੇ ਪੜਾਂਗੇ। ਤਾਂ ਇਹ ਖੰਡਨ ਵਿਧੀ ਜੋ ਹੈ ਇਹ ਅੱਗੋਂ 2 ਪ੍ਰਕਾਰ ਦੀ ਹੈ, ਬਾਈਨਰੀ ਫਿਸ਼ਨ ਜਾਂ 2 ਖੰਡਨ ਅਤੇ ਮਲਟੀਪਲ ਫਿਸ਼ਨ ਜਾਂ ਬਹੁ ਖੰਡਨ। ਤਾਂ ਬੱਚੇ ਖੰਡਨ ਤੋਂ ਤੁਸੀਂ ਕੀ ਸਮਝਦੇ ਹੋ? ਖੰਡਨ ਜਾਂ ਫਿਸ਼ਨ ਦਾ ਕੀ ਮਤਲਬ ਹੁੰਦਾ ਹੈ? ਟੁੱਟਣਾ। ਤਾਂ ਇਸ ਕਿਰਿਆ ਦੇ ਵਿੱਚ ਸਜੀਵ ਆਪਣੇ ਆਪ ਨੂੰ 2 ਭਾਗਾਂ ਵਿੱਚ ਤੋੜ ਲੈਂਦਾ ਹੈ ਅਤੇ ਇਸ ਤਰ੍ਹਾਂ ਇੱਕ ਸਜੀਵ ਤੋਂ 2 ਸਜੀਵ ਬਣਦੇ ਹਨ, ਜਿਸ ਤਰ੍ਹਾਂ ਕਿ ਅਮੀਬਾ ਦੇ ਵਿੱਚ ਦਿਖਾਇਆ ਗਿਆ ਹੈ। ਤਾਂ ਦੇਖੋ ਇਹ ਇੱਕ ਅਮੀਬਾ ਹੈ, ਇਹ ਇੱਕ ਸੈਲਾ ਜੀਵ ਹੈ ਅਤੇ ਇਸ ਦਾ ਕੋਈ ਨਿਸ਼ਚਿਤ ਆਕਾਰ ਨਹੀਂ ਹੁੰਦਾ। ਤਾਂ ਅਮੀਬਾ ਜਦੋਂ ਪ੍ਰਜਨਨ ਕਿਰਿਆ ਦੀ ਅਵਸਥਾ ਵਿੱਚ ਆਉਂਦਾ ਹੈ ਤਾਂ ਇਹਦਾ ਆਕਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਤਾਂ ਪਹਿਲਾਂ ਇਸ ਦਾ ਕੇਂਦਰਕ 2 ਭਾਗਾਂ ਦੇ ਵਿੱਚ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਹੌਲੀ ਹੌਲੀ ਇਸ ਦਾ ਸਾਈਟੋਪਲਾਜ਼ਮ ਵੀ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਤੇ ਅਖੀਰ ਨੂੰ ਇੱਕ ਅਮੀਬਾ ਜੋ ਹੈ ਇਹ 2 ਛੋਟੇ ਅਮੀਬਾ ਦੇ ਵਿੱਚ ਟੁੱਟ ਜਾਂਦਾ ਹੈ। ਤਾਂ ਇਹ ਜੋ ਛੋਟੇ ਅਮੀਬਾ ਬਣੇ ਹਨ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਬੱਚੇ? ਡਾਟਰ ਸੈਲਜ਼। ਤਾਂ ਇਸ ਤਰ੍ਹਾਂ ਇੱਕ ਅਮੀਬਾ ਤੋਂ 2 ਡਾਟਰ ਅਮੀਬਾ ਸੈਲਜ਼ ਬਣ ਜਾਂਦੇ ਹਨ। ਇਸੇ ਤਰ੍ਹਾਂ ਹੀ ਬੱਚੇ ਬਹੁ ਖੰਡਨ ਜਾਂ ਮਲਟੀਪਲ ਫਿਸ਼ਨ, ਇਸ ਕਿਰਿਆ ਦੇ ਵਿੱਚ ਦੇਖੋ ਬੱਚੇ ਇੱਕ ਜੀਵ ਆਪਣੇ ਆਪ ਨੂੰ ਕਈ ਭਾਗਾਂ ਦੇ ਵਿੱਚ ਤੋੜ ਲੈਂਦਾ ਹੈ ਤੇ ਇਸ ਕਿਰਿਆ ਦੇ ਵਿੱਚ ਸਜੀਵ ਪਹਿਲਾਂ ਆਪਣੇ ਆਲੇ ਦੁਆਲੇ ਇੱਕ ਮੋਟੀ ਪਰਤ ਬਣਾ ਲੈਂਦਾ ਹੈ ਤੇ ਉਸ ਪਰਤ ਦੇ ਅੰਦਰ ਸਜੀਵ ਆਪਣਾ ਵਾਧਾ ਵਿਕਾਸ ਕਰਦਾ ਰਹਿੰਦਾ ਹੈ ਤੇ ਆਪਣਾ ਖੰਡਨ ਕਰਦਾ ਰਹਿੰਦਾ ਹੈ। 1 ਤੋਂ 2 ਬਣ ਜਾਂਦੇ, 2 ਤੋਂ 4, 4 ਤੋਂ 8। ਤਾਂ ਇਸ ਤਰ੍ਹਾਂ ਇਹ ਇਸ ਪਰਤ ਦੇ ਅੰਦਰ ਸਜੀਵ ਆਪਣਾ ਵਾਧਾ ਕਰਦਾ ਰਹਿੰਦਾ ਹੈ ਤੇ ਜਦੋਂ ਅਨੁਕੂਲ ਪਰਿਸਥਿਤੀਆਂ ਆਉਂਦੀਆਂ ਹਨ ਤਾਂ ਇਹ ਸਜੀਵ ਆਪਣੀ ਇਹ ਬਾਹਰਲੀ ਪਰਤ ਨੂੰ ਤੋੜ ਕੇ ਇਸ ਵਿੱਚੋਂ ਬਾਹਰ ਆ ਜਾਂਦੇ ਹਨ। ਤਾਂ ਇਸ ਤਰ੍ਹਾਂ ਇੱਕ ਜੀਵ ਤੋਂ ਬਹੁਤ ਸਾਰੇ ਜੀਵ ਬਣ ਜਾਂਦੇ ਹਨ। ਤਾਂ ਬੱਚੇ ਇਸ ਕਿਰਿਆ ਨੂੰ ਕਿਹਾ ਜਾਂਦਾ ਹੈਗਾ ਬਹੁ ਖੰਡਨ ਜਾਂ ਮਲਟੀਪਲ ਫਿਸ਼ਨ। ਬੱਚੇ ਅਗਲੀ ਵਿਧੀ ਹੈ ਫਰੈਗਮੈਂਟੇਸ਼ਨ ਜਾਂ ਖੰਡ ਕਰਨਾ। ਤਾਂ ਇਹ ਫਰੈਗਮੈਂਟੇਸ਼ਨ ਦੀ ਜੋ ਵਿਧੀ ਹੈ ਇਹ ਆਪਾਂ ਨੂੰ ਸਪਾਇਰੋਗੈਰਾ ਪੌਦੇ ਦੇ ਵਿੱਚ ਦਿਖਾਈ ਗਈ ਹੈ। ਤਾਂ ਬੱਚੇ ਇਹ ਜੋ ਸਪਾਇਰੋਗੈਰਾ ਹੈ ਇਹ ਜਦੋਂ ਪ੍ਰਜਨਨ ਕਿਰਿਆ ਲਈ ਤਿਆਰ ਹੁੰਦਾ ਹੈ ਤਾਂ ਇਹ ਆਪਣੇ ਆਪ ਨੂੰ 2 ਹਿੱਸਿਆਂ ਦੇ ਵਿੱਚ ਤੋੜ ਲੈਂਦਾ ਹੈ ਤੇ ਹਰੇਕ ਹਿੱਸਾ ਫਿਰ ਪੂਰੇ ਦਾ ਪੂਰਾ ਸਪਾਇਰੋਗੈਰਾ ਦੇ ਵਿੱਚ ਬਦਲ ਜਾਂਦਾ ਹੈ। ਤਾਂ ਇਸ ਕਿਰਿਆ ਨੂੰ ਕਿਹਾ ਜਾਂਦਾ ਹੈ ਫਰੈਗਮੈਂਟੇਸ਼ਨ ਜਾਂ ਖੰਡ ਕਰਨਾ। ਇਸ ਤੋਂ ਬਾਅਦ ਬੱਚੇ ਅਗਲੀ ਅਲਿੰਗੀ ਪ੍ਰਜਨਨ ਦੀ ਵਿਧੀ ਹੈ ਰੀਜਨਰੇਸ਼ਨ ਜਾਂ ਪੁਨਰ ਜਨਨ। ਤਾਂ ਪੁਨਰ ਜਨਨ ਕੀ ਹੈ ਬੱਚੇ? ਪੁਨਰ ਜਨਨ ਕਿਰਿਆ ਹੈ ਇਹ ਛੋਟੇ ਜੀਵਾਂ ਦੇ ਵਿੱਚ ਹੈ ਜੋ ਕਿ ਬਹੁਤ ਸੈਲੇ ਜੀਵ ਹਨ। ਤਾਂ ਜਿਸ ਤਰ੍ਹਾਂ ਕਿ ਇਹ ਪਲੇਨੇਰੀਆ ਦਿਖਾਇਆ ਗਿਆ ਹੈ, ਪਲੇਨੇਰੀਆ ਦਾ ਜੇ ਉੱਪਰਲਾ ਹਿੱਸਾ ਕੱਟ ਦਿੱਤਾ ਜਾਵੇ ਤਾਂ ਉੱਪਰਲਾ ਹਿੱਸਾ ਪੂਰੇ ਦਾ ਪੂਰਾ ਨਿਚਲੇ ਹਿੱਸੇ ਨੂੰ ਬਣਾ ਲਏਗਾ, ਜਿਸ ਕਾਰਨ ਇੱਕ ਪੂਰਾ ਪਲੇਨੇਰੀਆ
ਬਣ ਜਾਂਦਾ ਹੈ। ਇਸੇ ਤਰ੍ਹਾਂ ਹੀ ਬੱਚੇ ਜੇ ਅਸੀਂ ਪਲੇਨੇਰੀਏ ਨੂੰ ਵਿਚਾਲੋਂ ਕੱਟ ਦਿੰਦੇ ਹਾਂ ਤਾਂ ਇਹ ਉੱਪਰਲਾ ਅਤੇ ਹੇਠਲਾ ਦੋਨੋਂ ਹਿੱਸੇ ਬਣਾ ਕੇ ਇੱਕ ਪੂਰਾ ਪਲੇਨੇਰੀਆ ਬਣਾ ਲਵੇਗਾ। ਇਸੇ ਤਰ੍ਹਾਂ ਹੀ ਜੇ ਅਸੀਂ ਪਲੇਨੇਰੀਏ ਦਾ ਪਿਛਲਾ ਹਿੱਸਾ ਕੱਟਿਆ ਹੈ ਤਾਂ ਇਹ ਪਿਛਲਾ ਹਿੱਸਾ ਆਪਣਾ ਉੱਪਰਲਾ ਹਿੱਸਾ ਬਣਾ ਲਏਗਾ ਤੇ ਪੂਰੇ ਦਾ ਪੂਰਾ ਪਲੇਨੇਰੀਆ ਬਣ ਜਾਵੇਗਾ। ਤਾਂ ਇਸ ਕਿਰਿਆ ਨੂੰ ਕੀ ਕਿਹਾ ਜਾਂਦਾ ਬੱਚੇ? ਰੀਜਨਰੇਸ਼ਨ ਜਾਂ ਪੁਨਰ ਜਨਨ। ਪੁਨਰ ਜਨਨ ਦਾ ਬੱਚੇ ਕੀ ਮਤਲਬ ਹੈ ਕਿ ਸਜੀਵ ਆਪਣੇ ਕੱਟੇ ਹੋਏ ਹਿੱਸੇ ਤੋਂ ਪੂਰੇ ਦਾ ਪੂਰਾ ਸਜੀਵ ਬਣਾ ਲੈਂਦਾ ਹੈ। ਤਾਂ ਇਸ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਪੁਨਰ ਜਨਨ। ਤੇ ਅਲਿੰਗੀ ਪ੍ਰਜਨਨ ਦੀ ਅਗਲੀ ਵਿਧੀ ਹੈ ਬੱਚੇ ਬਡਿੰਗ। ਤਾਂ ਇਹ ਬਡਿੰਗ ਵਿਧੀ ਜੋ ਹੈ, ਇਸ ਵਿਧੀ ਰਾਹੀਂ ਹਾਈਡਰਾ ਅਤੇ ਜ਼ੀਸਟ ਇਹ ਆਪਣਾ ਵਾਧਾ ਵਿਕਾਸ ਕਰਦੇ ਹਨ। ਤਾਂ ਇੱਥੇ ਆਪਾਂ ਨੂੰ ਹਾਈਡਰਾ ਦਿਖਾਇਆ ਗਿਆ ਹੈ। ਤਾਂ ਬੱਚੇ ਹਾਈਡਰੇ ਨੇ ਜਦੋਂ ਅਲਿੰਗੀ ਪ੍ਰਜਨਨ ਕਰਨਾ ਹੈ ਤਾਂ ਇਹਦੇ ਇੱਕ ਸਿਰੇ ਉੱਤੇ ਇਹ ਵੱਡ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਵੱਡ ਫਿਰ ਹੌਲੀ ਹੌਲੀ ਵੱਧਦੀ ਰਹਿੰਦੀ ਹੈ ਤੇ ਜਦੋਂ ਇਹ ਵੱਡ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦੀ ਹੈ ਤਾਂ ਇਹ ਇੱਕ ਨਵੇਂ ਹਾਈਡਰੇ ਨੂੰ ਜਨਮ ਦਿੰਦੀ ਹੈ ਤੇ ਇਹ ਹਾਈਡਰਾ ਆਪਣੇ ਆਪ ਨੂੰ ਆਪਣੇ ਪੈਤ੍ਰਿਕ ਹਾਈਡਰੇ ਤੋਂ ਵੱਖ ਕਰਕੇ ਇੱਕ ਨਵਾਂ ਹਾਈਡਰਾ ਦੇ ਰੂਪ ਵਿੱਚ ਵਿਕਸਿਤ ਹੋ ਜਾਂਦਾ ਹੈ। ਹਾਂਜੀ ਬੱਚੇ, ਅਗਲੀ ਵਿਧੀ ਹੈ ਵੈਜੀਟੇਟਿਵ ਪ੍ਰੋਪੇਗੇਸ਼ਨ ਜਾਂ ਕਾਇਕ ਪ੍ਰਜਨਨ। ਤਾਂ ਬੱਚੇ ਕਾਇਕ ਪ੍ਰਜਨਨ ਉਹ ਵਿਧੀ ਹੈ ਜਿਸ ਰਾਹੀਂ ਨਵੇਂ ਪੌਦੇ ਤਿਆਰ ਕੀਤੇ ਜਾਂਦੇ ਹਨ। ਤਾਂ ਕਾਇਕ ਪ੍ਰਜਨਨ ਅੱਗੋਂ ਦੋ ਪ੍ਰਕਾਰ ਦਾ ਹੁੰਦਾ ਹੈ, ਨੈਚੁਰਲ ਵੈਜੀਟੇਟਿਵ ਪ੍ਰੋਪੇਗੇਸ਼ਨ ਜਾਂ ਕੁਦਰਤੀ ਕਾਇਕ ਪ੍ਰਜਨਨ ਅਤੇ ਆਰਟੀਫਿਸ਼ਲ ਵੈਜੀਟੇਟਿਵ ਪ੍ਰੋਪੇਗੇਸ਼ਨ ਜਾਂ ਬਨਾਵਟੀ ਕਾਇਕ ਪ੍ਰਜਨਨ। ਤਾਂ ਬੱਚੇ ਕੁਦਰਤੀ ਕਾਇਕ ਪ੍ਰਜਨਨ ਉਹ ਹੈ ਜਿਸ ਰਾਹੀਂ ਪੌਦੇ ਆਪਣੀ ਜੜ੍ਹਾਂ ਤੋਂ, ਤਣਿਆਂ ਤੋਂ ਜਾਂ ਪੱਤਿਆਂ ਤੋਂ ਨਵਾਂ ਪੌਦਾ ਵਿਕਸਿਤ ਕਰਦੇ ਹਨ। ਜਦਕਿ ਬਨਾਵਟੀ ਕਾਇਕ ਪ੍ਰਜਨਨ ਉਹ ਵਿਧੀ ਹੈ ਜਿਸ ਰਾਹੀਂ ਇਨਸਾਨ ਆਪ ਨਵੇਂ ਪੌਦੇ ਵਿਕਸਿਤ ਕਰਦਾ ਹੈ ਤਾਂ ਜੋ ਉਸ ਨੂੰ ਵੱਧ ਮੁਨਾਫਾ ਹੋ ਸਕੇ। ਤਾਂ ਬਨਾਵਟੀ ਕਾਇਕ ਪ੍ਰਜਨਨ ਦੀਆਂ ਵੱਖ-ਵੱਖ ਵਿਧੀਆਂ ਹਨ ਜੋ ਆਪਾਂ ਵਿਸਥਾਰ ਦੇ ਵਿੱਚ ਅਗਲੀ ਸਲਾਈਡ ਦੇ ਵਿੱਚ ਦੇਖਾਂਗੇ। ਹਾਂਜੀ, ਤਾਂ ਬੱਚੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ, ਇਹ ਇੱਕ ਵੈਜੀਟੇਟਿਵ ਪ੍ਰੋਪੇਗੇਸ਼ਨ ਜਾਂ ਕਾਇਕ ਪ੍ਰਜਨਨ ਦੀਆਂ ਵੱਖ-ਵੱਖ ਵਿਧੀਆਂ ਦਾ ਇੱਕ ਚਾਰਟ ਹੈ। ਤਾਂ ਪਹਿਲੀ ਚਾਰਟ ਦੇ ਵਿੱਚ ਦੇਖੋ, ਤੁਹਾਨੂੰ ਇੱਕ ਪੱਤਾ ਦਿਖਾਈ ਦੇ ਰਿਹਾ ਹੈ ਜੋ ਕਿ ਇੱਕ ਪੱਥਰ ਚੱਟ ਦਾ ਪੱਤਾ ਹੈ ਜਿਸ ਨੂੰ ਬ੍ਰਾਇਓਫਾਈਲਮ ਕਿਹਾ ਜਾਂਦਾ ਹੈ। ਤਾਂ ਬੱਚੇ ਤੁਸੀਂ ਪੱਥਰ ਚੱਟ ਦੇ ਪੱਤੇ ਦੇ ਉੱਤੇ ਕਲੀਆਂ ਨਿਕਲੀਆਂ ਵੇਖੀਆਂ ਹੋਣਗੀਆਂ। ਤਾਂ ਇਹ ਕਲੀਆਂ ਕੀ ਹਨ? ਤਾਂ ਬੱਚੇ ਇਹ ਜੋ ਕਲੀਆਂ ਹਨ ਇਹ ਪੱਥਰ ਚੱਟ ਦੇ ਪੱਤੇ ਦੇ ਸਿਰਿਆਂ ਤੇ ਹੁੰਦੀਆਂ ਹਨ ਤੇ ਜਦੋਂ ਇਹ ਕਲੀਆਂ ਪੱਤੇ ਤੋਂ ਟੁੱਟ ਕੇ ਧਰਤੀ ਤੇ ਡਿੱਗਦੀਆਂ ਹਨ ਤਾਂ ਇਹ ਕਲੀਆਂ ਇੱਕ ਨਵੇਂ ਪੌਦੇ ਨੂੰ ਜਨਮ ਦਿੰਦੀਆਂ ਹਨ। ਇਸ ਤਰ੍ਹਾਂ ਪੱਥਰ ਚੱਟ ਦਾ ਨਵਾਂ ਪੌਦਾ ਤਿਆਰ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਬੱਚੇ ਸ਼ਕਰਕੰਦੀ ਜੋ ਹੈ ਉਹ ਜੋ ਇੱਕ ਜੜ ਦੀ ਕਿਸਮ ਹੈ, ਇਸ ਨੂੰ ਜਦੋਂ ਅਸੀਂ ਬੀਜਾਂਗੇ ਤਾਂ ਇਸ ਤੋਂ ਇੱਕ ਨਵਾਂ ਪੌਦਾ ਤਿਆਰ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਬੱਚੇ ਅਦਰਕ ਹੈ ਜੋ ਕਿ ਇੱਕ ਤਣੇ ਦੀ ਕਿਸਮ ਹੈ, ਇਸ ਨੂੰ ਜੇ ਅਸੀਂ ਬੀਜੀਏ ਤਾਂ ਅਦਰਕ ਤੋਂ ਵੀ ਇੱਕ ਨਵਾਂ ਪੌਦਾ ਤਿਆਰ ਹੋ ਜਾਵੇਗਾ। ਤਾਂ ਹੁਣ ਬੱਚੇ ਆਪਾਂ ਕਾਇਕ ਪ੍ਰਜਨਨ ਦੀਆਂ ਬਨਾਵਟੀ ਵਿਧੀਆਂ ਦੀ ਗੱਲ ਕਰਾਂਗੇ ਜੋ ਕਿ ਇਨਸਾਨ ਦੁਆਰਾ ਆਪਣੇ ਫਾਇਦੇ ਦੇ ਲਈ ਅਪਣਾਈਆਂ ਗਈਆਂ ਹਨ। ਤਾਂ ਬਨਾਵਟੀ ਕਾਇਕ ਪ੍ਰਜਨਨ ਦੀ ਪਹਿਲੀ ਵਿਧੀ ਜੋ ਹੈ ਉਹ ਕੀ ਹੈ? ਕਟਿੰਗ ਜਾਂ ਕਲਮ ਲਗਾਉਣਾ। ਜਿਸ ਤਰ੍ਹਾਂ ਕਿ ਬੱਚੇ ਤੁਸੀਂ ਦੇਖਿਆ ਹੋਣਾ ਕਿ ਤੁਹਾਡੇ ਘਰ ਦੇ ਵਿੱਚ ਮਾਲੀ ਜਦੋਂ ਗੁਲਾਬ ਦਾ ਬੂਟਾ ਲਗਾਉਂਦਾ ਹੈ ਤਾਂ ਉਹ ਪਹਿਲਾਂ ਲੱਗੇ ਗੁਲਾਬ ਦੇ ਬੂਟੇ ਤੋਂ ਕਲਮ ਲੈ ਕੇ ਉਸ ਨੂੰ ਜ਼ਮੀਨ ਦੇ ਵਿੱਚ ਲਗਾ ਦਿੰਦਾ ਹੈ ਜਿਸ ਤੋਂ ਕਿ ਇੱਕ ਨਵਾਂ ਪੌਦਾ ਵਿਕਸਿਤ ਹੁੰਦਾ ਹੈ। ਤਾਂ ਉਸ ਵਿਧੀ ਨੂੰ ਕੀ ਕਹਿੰਦਾ ਹੈਗਾ? ਕਟਿੰਗ। ਇਸੇ ਤਰ੍ਹਾਂ ਹੀ ਬੱਚੇ ਆ ਗਿਆ
ਗਰਾਊਂਡ ਲੇਅਰਿੰਗ ਜਾਂ ਦਾਬ ਲਗਾਉਣਾ। ਇਸ ਵਿਧੀ ਦੇ ਵਿੱਚ ਕੀ ਹੈ, ਇਸ ਵਿਧੀ ਦੇ ਵਿੱਚ ਇੱਕ ਪੌਦੇ ਦੀ ਟਾਹਣੀ ਲੈ ਕੇ ਉਸ ਨੂੰ ਧਰਤੀ ਹੇਠ ਦੱਬ ਦਿੱਤਾ ਜਾਂਦਾ ਹੈ ਤੇ ਉਸ ਟਾਹਣੀ ਤੋਂ ਫਿਰ ਇੱਕ ਨਵਾਂ ਪੌਦਾ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਵਿਧੀ ਨੂੰ ਕੀ ਕਹਿੰਦੇ ਆ ਬੱਚੇ, ਦਾਬ ਲਗਾਉਣਾ ਜਾਂ ਗਰਾਊਂਡ ਲੇਅਰਿੰਗ। ਜਿਸ ਤਰ੍ਹਾਂ ਕਿ ਜਾਸਮੀਨ ਦੇ ਪੌਦੇ ਵਿੱਚ ਇਹ ਵਿਧੀ ਅਪਣਾਈ ਜਾਂਦੀ ਹੈ। ਅਗਲੀ ਵਿਧੀ ਹੈ ਬੱਚੇ ਏਅਰ ਲੇਅਰਿੰਗ। ਏਅਰ ਲੇਅਰਿੰਗ ਦੇ ਵਿੱਚ ਕੀ ਹੈ, ਇੱਕ ਪੌਦੇ ਨੂੰ ਦੂਸਰੇ ਪੌਦੇ ਦੇ ਨਾਲ ਕੀ ਹੈਗਾ, ਜੋੜ ਦਿੱਤਾ ਜਾਂਦਾ ਹੈ ਤੇ ਇਹ ਵਿਧੀ ਜੋ ਹੈ ਇਹ ਗੁਲਾਬ ਦੇ ਪੌਦੇ ਦੇ ਵਿੱਚ ਇਹ ਵੀ ਵਿਧੀ ਅਪਣਾਈ ਜਾਂਦੀ ਹੈ ਤਾਂ ਜੋ ਵਧੀਆ ਕਿਸਮ ਦਾ ਗੁਲਾਬ ਸਾਨੂੰ ਪ੍ਰਾਪਤ ਹੋ ਸਕੇ। ਇਸੇ ਤਰ੍ਹਾਂ ਹੀ ਬੱਚੇ ਅਗਲੀ ਵਿਧੀ ਜੋ ਹੈ ਉਹ ਹੈ ਗ੍ਰਾਫਟਿੰਗ। ਤਾਂ ਬੱਚੇ ਗ੍ਰਾਫਟਿੰਗ ਵਿਧੀ ਦੇ ਵਿੱਚ ਕੀ ਕੀਤਾ ਜਾਂਦਾ ਹੈ, ਇੱਕ ਜੋ ਪੌਦਾ ਕਿਸੇ ਖਾਸ ਸਥਾਨ ਤੇ ਉੱਗ ਰਿਹਾ ਹੈ ਉਸ ਪੌਦੇ ਦਾ ਜੜ ਵਾਲਾ ਹਿੱਸਾ ਤੇ ਥੋੜਾ ਜਿਹਾ ਤਣੇ ਵਾਲਾ ਹਿੱਸਾ ਰੱਖ ਲਿਆ ਜਾਂਦਾ ਹੈ ਜਿਸ ਨੂੰ ਸਟਾਕ ਕਿਹਾ ਜਾਂਦਾ ਹੈ ਤੇ ਉਸ ਦੇ ਵਿੱਚ ਇਸ ਤਰ੍ਹਾਂ ਕੱਟ ਦੇ ਦਿੱਤਾ ਜਾਂਦਾ ਹੈ ਤੇ ਉਸ ਕੱਟ ਦੇ ਵਿੱਚ ਕੋਈ ਹੋਰ ਉਸੇ ਕਿਸਮ ਦਾ ਕੋਈ ਹੋਰ ਪੌਦੇ ਦਾ ਤਣਾ ਇਸ ਤਰ੍ਹਾਂ ਕੱਟ ਦੇ ਕੇ ਉਹਦੇ ਵਿੱਚ ਫਿੱਟ ਕਰ ਦਿੱਤਾ ਜਾਂਦਾ ਹੈ। ਤਾਂ ਇਸ ਤਰ੍ਹਾਂ ਫਿੱਟ ਹੋਣ ਤੋਂ ਬਾਅਦ ਉਸ ਨੂੰ ਕੀ ਹੈਗਾ, ਚੰਗੀ ਤਰ੍ਹਾਂ ਬੰਨ੍ਹ ਦਿੱਤਾ ਜਾਂਦਾ ਹੈ। ਤਾਂ ਇਸ ਤਰ੍ਹਾਂ ਬੱਚੇ ਇੱਕੋ ਹੀ ਪੌਦੇ ਦੇ ਵਿੱਚ ਦੋ ਪੌਦਿਆਂ ਦੇ ਗੁਣ ਆ ਜਾਂਦੇ ਹਨ। ਇਸ ਵਿਧੀ ਨੂੰ ਕਿਹਾ ਜਾਂਦਾ ਹੈ ਗ੍ਰਾਫਟਿੰਗ। ਤਾਂ ਬੱਚੇ ਕਾਇਕ ਪ੍ਰਜਨਨ ਦੇ ਕਾਫੀ ਸਾਰੇ ਲਾਭ ਹਨ। ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਹੈ ਕਿ ਕਾਇਕ ਪ੍ਰਜਨਨ ਰਾਹੀਂ ਆਪਾਂ ਨਵੇਂ ਪੌਦੇ ਤਿਆਰ ਕਰ ਸਕਦੇ ਹਾਂ, ਵਧੀਆ ਕਿਸਮ ਦੇ ਪੌਦੇ ਤਿਆਰ ਕਰ ਸਕਦੇ ਹਾਂ। ਤਾਂ ਇਹਦੇ ਹੋਰ ਕੀ ਲਾਭ ਹਨ, ਇਹ ਵਿਧੀ ਉਹ ਪੌਦੇ ਲਗਾਉਣ ਲਈ ਉਪਯੋਗੀ ਹੈ ਜੋ ਬੀਜ ਪੈਦਾ ਕਰਨ ਦੀ ਸਮਰੱਥਾ ਖੋ ਚੁੱਕੇ ਹਨ। ਕਾਇਕ ਪ੍ਰਜਨਨ ਦਾ ਹੋਰ ਲਾਭ ਕੀ ਹੈ ਕਿ ਇਸ ਤਰ੍ਹਾਂ ਪੈਦਾ ਹੋਏ ਸਾਰੇ ਪੌਦੇ ਆਨੁਵੰਸ਼ਿਕ ਰੂਪ ਵਿੱਚ ਪਿੱਤਰ ਪੌਦਿਆਂ ਦੇ ਸਮਾਨ ਹੁੰਦੇ ਹਨ। ਤਾਂ ਇਸ ਵਿਧੀ ਰਾਹੀਂ ਪੈਦਾ ਹੋਏ ਪੌਦਿਆਂ ਦੇ ਗੁਣ ਬਿਲਕੁਲ ਹੀ ਉਹਨਾਂ ਦੇ ਪਿਤਰੀ ਪੌਦਿਆਂ ਦੇ ਗੁਣਾਂ ਵਰਗੇ ਹੀ ਹੋਣਗੇ ਅਤੇ ਕਾਇਕ ਪ੍ਰਜਨਨ ਵਿਧੀ ਰਾਹੀਂ ਜੋ ਪੌਦੇ ਹਨ ਉਹ ਬਹੁਤ ਛੇਤੀ ਸਾਨੂੰ ਪ੍ਰਾਪਤ ਹੋ ਜਾਂਦੇ ਹਨ, ਜਾਂ ਆਪਾਂ ਕਹਿ ਲਈਏ ਕਿ ਬਹੁਤ ਹੀ ਘੱਟ ਸਮੇਂ ਦੇ ਵਿੱਚ ਸਾਨੂੰ ਵੱਧ ਗਿਣਤੀ ਦੇ ਵਿੱਚ ਪੌਦੇ ਪ੍ਰਾਪਤ ਹੋ ਜਾਂਦੇ ਹਨ। ਤਾਂ ਇਸ ਤੋਂ ਬਾਅਦ ਬੱਚੇ ਇੱਕ ਹੋਰ ਵਿਧੀ ਹੈ ਟਿਸ਼ੂ ਕਲਚਰ। ਇਹ ਵਿਧੀ ਬਾਕੀ ਵਿਧੀਆਂ ਨਾਲੋਂ ਕਿਉਂ ਵੱਖ ਹੈ? ਬੱਚੇ ਟਿਸ਼ੂ ਕਲਚਰ ਵਿਧੀ ਵਿੱਚ ਕੀ ਹੈ, ਇਸ ਵਿਧੀ ਦੇ ਵਿੱਚ ਇੱਕ ਪੌਦੇ ਦਾ ਟਿਸ਼ੂ ਲੈ ਕੇ ਉਸ ਟਿਸ਼ੂ ਨੂੰ ਪ੍ਰਯੋਗਸ਼ਾਲਾ ਦੇ ਵਿੱਚ ਰੱਖ ਕੇ ਉਸ ਨੂੰ ਸਾਰੇ ਪੌਦਿਆਂ ਵਾਲੇ ਹਾਰਮੋਨ ਦਿੱਤੇ ਜਾਂਦੇ ਹਨ ਅਤੇ ਲੈਬ ਦੇ ਵਿੱਚ ਇਹ ਸਾਰੀ ਕਿਰਿਆ ਕੀਤੀ ਜਾਂਦੀ ਹੈ ਤੇ ਜਦੋਂ ਛੋਟਾ ਪੌਦਾ ਤਿਆਰ ਹੋ ਜਾਂਦਾ ਹੈ ਤਾਂ ਉਸ ਪੌਦੇ ਨੂੰ ਫਿਰ ਖੇਤਾਂ ਦੇ ਵਿੱਚ ਬੀਜਣ ਦੇ ਲਈ ਭੇਜ ਦਿੱਤਾ ਜਾਂਦਾ ਹੈ। ਤਾਂ ਇਸ ਤਰ੍ਹਾਂ ਟਿਸ਼ੂ ਕਲਚਰ ਦੇ ਵਿੱਚ ਕੀ ਹੈਗਾ ਬੱਚੇ, ਪੌਦਾ ਜੋ ਹੈ ਉਹ ਇੱਕ ਪ੍ਰਯੋਗਸ਼ਾਲਾ ਦੇ ਵਿੱਚ ਤਿਆਰ ਹੁੰਦਾ ਹੈ। ਹਾਂਜੀ ਬੱਚੇ, ਅਗਲੀ ਵਿਧੀ ਹੈ ਸਪੋਰ ਫਾਰਮੇਸ਼ਨ ਜਾਂ ਬੀਜਾਣੂ ਬਣਨਾ। ਬੱਚਿਓ, ਤੁਸੀਂ ਅਕਸਰ ਹੀ ਸਿੱਲੇ ਬ੍ਰੈਡ ਉੱਤੇ ਉੱਲੀ ਲੱਗੀ ਵੇਖੀ ਹੋਵੇਗੀ। ਜੇ ਕਿਤੇ ਆਪਾਂ ਕੋਈ ਬ੍ਰੈਡ ਦਾ ਪੀਸ ਲੈ ਕੇ ਉਸ ਨੂੰ ਸਿੱਲੀ ਅਤੇ ਗਰਮ ਹਵਾ ਵਿੱਚ ਰੱਖ ਦਈਏ ਤਾਂ ਤੁਸੀਂ ਦੇਖੋਗੇ ਕਿ ਕੁਝ ਕੁ ਦਿਨਾਂ ਦੇ ਵਿੱਚ ਹੀ ਉਸ ਉੱਪਰ ਉੱਲੀ ਲੱਗ ਜਾਂਦੀ ਹੈ। ਤਾਂ ਬੱਚੇ, ਇਹ ਉੱਲੀ ਕਿੱਥੋਂ ਆਉਂਦੀ ਹੈ? ਤਾਂ ਬ੍ਰੈਡ ਉੱਪਰ ਜੋ ਉੱਲੀ ਲੱਗਦੀ ਹੈ ਉਹ ਕਿੱਥੋਂ ਆਉਂਦੀ ਹੈ? ਸਪੋਰਸ ਤੋਂ। ਤਾਂ ਬੱਚੇ, ਇਹ ਸਪੋਰਸ ਕੀ ਹਨ? ਤਾਂ ਬੱਚਿਓ, ਜਿਹੜੀ ਇਹ ਤੁਸੀਂ ਤਸਵੀਰ ਦੇਖ ਰਹੇ ਹੋ, ਇਸ ਤਸਵੀਰ ਦੇ ਵਿੱਚ ਇੱਕ ਬ੍ਰੈਡ ਦਾ ਪੀਸ ਦਿਖਾਇਆ ਗਿਆ ਹੈ ਜਿਸ ਉੱਪਰ ਉੱਲੀ ਲੱਗੀ ਹੋਈ ਹੈ। ਤਾਂ ਇਹ ਉੱਲੀ ਦੇ ਬੱਚੇ ਵੱਖ-ਵੱਖ ਭਾਗ ਦਿਖਾਏ ਗਏ ਹਨ। ਜਿਸ ਤਰ੍ਹਾਂ ਕਿ ਇਹ ਜੋ ਉੱਲੀ ਦਾ ਇਹ ਵਾਲਾ ਭਾਗ ਹੈ ਇਸ ਨੂੰ ਕਿਹਾ ਜਾਂਦਾ ਹੈ ਸਪੋਰੈਂਜੀਓਫੋਰ
ਤੇ ਜੋ ਉੱਪਰਲਾ ਗੋਲ ਭਾਗ ਹੈ ਇਸ ਨੂੰ ਕੀ ਕਿਹਾ ਜਾਂਦਾ ਹੈ? ਸਪੋਰੈਂਜੀਅਮ। ਤੇ ਬੱਚੇ ਇਸ ਸਪੋਰੈਂਜੀਅਮ ਦੇ ਵਿੱਚ ਹੁੰਦੇ ਹਨ ਸਪੋਰਸ। ਤਾਂ ਜਦੋਂ ਉੱਲੀ ਨੇ ਆਪਣਾ ਵਾਧਾ ਕਰਨਾ ਹੁੰਦਾ ਹੈ ਜਾਂ ਉੱਲੀ ਦੇ ਉਗਣ ਦੇ ਲਈ ਅਨੁਕੂਲਿਤ ਵਾਤਾਵਰਨ ਹੁੰਦਾ ਹੈ ਤਾਂ ਇਹ ਸਪੋਰੈਂਜੀਅਮ ਜੋ ਹੈ ਇਹ ਫਟ ਜਾਂਦੇ ਹਨ ਤੇ ਇਹਨਾਂ ਦੇ ਵਿੱਚੋਂ ਸਪੋਰਸ ਜੋ ਹਨ ਇਹ ਹਵਾ ਦੇ ਵਿੱਚ ਛੱਡ ਦਿੱਤੇ ਜਾਂਦੇ ਹਨ। ਤੇ ਜਿੱਥੇ ਵੀ ਇਹਨਾਂ ਨੂੰ ਸਹੀ ਵਾਤਾਵਰਨ ਮਿਲਦਾ ਹੈ, ਖੁਸ਼ਕ ਅਤੇ ਸਿੱਲਾ ਅਤੇ ਗਰਮ ਵਾਤਾਵਰਨ ਮਿਲਦਾ ਹੈ, ਤਾਂ ਉੱਥੇ ਜਾ ਕੇ ਇਹ ਕੀ ਹੈਗਾ, ਉਸ ਵਸਤੂ ਉੱਤੇ ਜਿਹੜੀ ਅਜਿਹੇ ਵਾਤਾਵਰਨ ਦੇ ਵਿੱਚ ਪਈ ਹੈ ਉਸ ਵਸਤੂ ਉੱਤੇ ਜਾ ਕੇ ਇਹ ਸਪੋਰਸ ਗਿਰ ਜਾਂਦੇ ਹਨ ਅਤੇ ਉੱਥੇ ਕੀ ਹੈ, ਉੱਲੀ ਲੱਗਣਾ ਸ਼ੁਰੂ ਹੋ ਜਾਂਦਾ ਹੈ। ਹਾਂਜੀ ਬੱਚੇ, ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਲੈਕਚਰ ਸਮਝ ਆ ਗਿਆ ਹੋਵੇਗਾ। ਜੇ ਤੁਹਾਨੂੰ ਇਹ ਲੈਕਚਰ ਚੰਗਾ ਲੱਗਿਆ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।